ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਰਸ ਰਸਿਆ ਹਰਿਆ ਸਦਾ, ਪੱਕੈ ਕਰਮ ਧਿਆਨ। ਪਤ ਕੇ ਸਾਧ ਖਾਦਾ ਲਹੈ, ਦਾਨਾ ਕੈ ਸਿਰਦਾਨ। ਪਤ ਕੇ ਸਾਧ ਖਾਦਾ ਲਹੈ, ਦਾਨਾ ਕੈ ਸਿਰਦਾਨ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਬਾਣੀ ਦਾ ਫਰਮਾਨ ਹੈ, ਦਰਸ਼ਨ ਕੋ ਲੋਚੈ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਚਾਹੁੰਦਾ ਤੇ ਹਰ ਕੋਈ ਹੈ ਕਿ ਮੈਂ ਜਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰ ਕਰਾਂ, ਪਰ ਇਹ ਸੁਭਾਗਾ ਸਮਾਂ ਹਰ ਕਿਸੇ ਨੂੰ ਨਹੀਂ ਮਿਲ ਸਕਦਾ। ਹਜ਼ੂਰ ਫਰਮਾਉਂਦੇ ਹਨ, ਪੂਰੇ ਭਾਗ ਪ੍ਰਾਪਤ ਹੋਈ। ਪੂਰੇ ਭਾਗਾਂ ਵਾਲਿਆਂ ਨੂੰ ਹੀ ਸਤਿਗੁਰੂ ਦੇ ਦਰਸ਼ਨ ਦੀਦਾਰ ਹੁੰਦੇ ਹਨ। ਹੁਣ ਇੱਕ ਸਵਾਲ ਹੋਰ ਸਾਡੇ ਸਾਹਮਣੇ ਆ ਗਿਆ ਹੈ, ਪੂਰੇ ਭਾਗ ਕਿਵੇਂ ਬਣ ਸਕਦੇ ਹਨ? ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਸੋਮੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਇਆ, ਜੇ ਕਿਸੇ ਮਨੁੱਖ ਨੇ ਪੂਰੇ ਭਾਗ ਬਣਾਉਣੇ ਹੋਣ, ਫਿਰ ਉਹ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਵੇ, ਕਿਉਂਕਿ ਸਤਿਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ। ਪਉਜਲ ਬਿਖਮ ਅਸਗਾਹੋ, ਗੁਰ ਬੋਹਤ ਹੈ ਤਾਰਿਅਮ। ਨਾਨਕ ਪੂਰ ਕਰਮ, ਸਤਿਗੁਰ ਚਰਨੀ ਲੱਗਿਆ। ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਆ ਕੇ ਸਤਿਗੁਰੂ ਦੇ ਚਰਨੀ ਲੱਗ ਜਾਂਦਾ ਹੈ, ਉਹਦੇ ਅਧੂਰੇ ਭਾਗ ਵੀ ਪੂਰੇ ਹੋ ਜਾਂਦੇ ਹਨ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਸਤਿਗੁਰੂ ਦਾ ਇਹ ਹੁਕਮ ਹੈ, ਪੂਰੇ ਭਾਗਾਂ ਦੇ ਨਾਲ ਸਤਿਗੁਰੂ ਦੇ ਦਰਸ਼ਨ ਹੁੰਦੇ ਹਨ। ਪੂਰੇ ਭਾਗ ਬਣਾਉਣ ਦੇ ਲਈ ਸਤਿਗੁਰੂ ਦੇ ਚਰਨਾਂ ਤੇ
ਲੱਗਣਾ ਪਵੇਗਾ। ਸਤਿਗੁਰੂ ਦੇ ਚਰਨ ਫੜਨੇ ਪੈਣਗੇ। ਜਿਹੜਾ ਗੁਰਸਿੱਖ ਮਾਈ ਭਾਈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਯਸ ਗੋਬਿੰਦ ਦਾਸ ਤੁਹਾਰ। ਕਲਗੀਧਰ ਪਾਤਸ਼ਾਹ ਦੇ ਇਹਨਾਂ ਬਚਨਾਂ ਤੋਂ ਪ੍ਰੇਰਣਾ ਲੈ ਕੇ ਹੋਰ ਦਰ ਛੱਡ ਕੇ ਇੱਕੋ ਹੀ ਗੁਰੂ ਦਾ ਦਰ ਪਕੜ ਲੈਂਦਾ ਹੈ, ਫਿਰ ਉਸ ਨੂੰ ਕਿਸੇ ਗੱਲ ਦਾ ਵੀ ਘਾਟਾ ਨਹੀਂ ਰਹਿੰਦਾ। ਕਿਉਂ? ਸਤਿਗੁਰੂ ਦੇ ਬਚਨ ਹਨ, ਸਭ ਕਿਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕੁਛ ਗੁਰੂ ਘਰ ਦੇ ਅੰਦਰ ਹੈ। ਜੋ ਵੀ ਕੁਛ ਅਸਾਂ ਲੈਣਾ ਸਾਨੂੰ ਸਤਿਗੁਰੂ ਦੇ ਪਾਸੋਂ ਮਿਲ ਸਕਦਾ ਹੈ। ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ, ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ। ਜੇ ਅਸੀਂ ਸਤਿਗੁਰੂ ਦੇ ਆ ਕੇ ਚਰਨ ਫੜ ਲਵਾਂਗੇ ਤਾਂ ਸਾਨੂੰ ਸਭ ਦਾਤਾਂ, ਸਾਰੇ ਫਲ, ਸਾਰੇ ਪਦਾਰਥ ਸਤਿਗੁਰੂ ਦੇ ਪਾਸੋਂ ਮਿਲ ਸਕਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇਹ ਮਾਝ ਰਾਗ ਦੀ ਵਾਰ ਦਾ 20ਵਾਂ ਸ਼ਲੋਕ ਹੈ। ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਤਿਗੁਰੂ ਦੀ ਹੀ ਮਹਿਮਾ ਉਚਾਰਨ ਕੀਤੀ ਹੈ। ਕਿਉਂਕਿ ਸਤਿਗੁਰੂ ਦਾ ਰੁਤਬਾ ਬਹੁਤ ਮਹਾਨ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਗੁਰੂ ਵਰਗਾ ਕੋਈ ਵੀ ਨਹੀਂ ਹੋ ਸਕਦਾ, ਨਾ ਕੋਈ ਦੇਵਤਾ, ਨਾ ਫਰਿਸ਼ਤਾ, ਨਾ ਪੀਰ, ਨਾ ਪੈਗੰਬਰ। ਕਿਉਂ? ਸਤਿਗੁਰੂ ਦਾ ਇਹ ਅਟਲ ਫੈਸਲਾ ਹੈ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿਠਾ ਬ੍ਰਹਮੰਡ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਗੁਰੂ ਦਾ ਜੋ ਸਰੀਰ ਹੈ, ਗੁਰੂ ਦਾ ਵਜੂਦ ਹੈ, ਉਹ ਕਿਹੋ ਜਿਹਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਇੱਕ ਬੜੇ ਸੋਹਣੇ ਅਲੰਕਾਰ ਦੇ ਵਿੱਚ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰੂ ਇੱਕ ਰੁੱਖ ਹੈ, ਗੁਰੂ ਇੱਕ ਬ੍ਰਿਕਸ਼ ਹੈ, ਗੁਰੂ ਇੱਕ ਦਰਖਤ ਹੈ, ਔਰ ਉਸ ਨੂੰ ਬਹੁਤ ਸੋਹਣੇ ਪੱਤਰੇ ਵੀ ਲੱਗੇ ਹੋਏ ਹਨ, ਉਸ ਨੂੰ ਫੁੱਲ ਵੀ ਲੱਗੇ ਹੋਏ ਹਨ ਤੇ ਉਸ ਨੂੰ ਫਲ ਵੀ ਲੱਗੇ ਹੋਏ ਹਨ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ, ਉਸ ਨੂੰ ਛਾਂ ਵੀ ਪ੍ਰਾਪਤ ਹੁੰਦੀ ਹੈ, ਸੁਗੰਧੀ ਵੀ ਮਿਲਦੀ ਹੈ, ਮਿੱਠੇ ਫਲ ਵੀ ਖਾਣ ਵਾਸਤੇ ਪ੍ਰਾਪਤ ਹੁੰਦੇ ਹਨ। ਉਹ ਕਿਹੜੇ ਪੱਤਰੇ ਨੇ, ਕਿਹੜੇ ਫੁੱਲ ਨੇ, ਕਿਹੜੇ ਫਲ ਨੇ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇੱਥੇ ਜਿਵੇਂ ਗੁਰੂ ਦੀ ਮਹਿਮਾ ਉਚਾਰਨ ਕਰ ਰਹੇ ਹਨ, ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਗੁਰੂ ਇੱਕ ਰੁੱਖ ਹੈ, ਗੁਰੂ ਇੱਕ ਬ੍ਰਿਕਸ਼ ਹੈ ਜਿਸ ਨੂੰ ਪੱਤਰੇ ਲੱਗੇ ਹਨ। ਪੱਤਰੇ ਕਿਹੜੇ ਹਨ?
ਸਤ ਸੰਤੋਖ ਦਇਆ ਧਰਮ ਵਿਚਾਰ, ਇਹ ਜੋ ਦੈਵੀ ਗੁਣ ਹਨ ਇਹ ਮਾਨੋ ਉਸ ਨੂੰ ਪੱਤਰੇ ਲੱਗੇ ਹੋਏ ਹਨ। ਕਿਉਂਕਿ ਸੰਤੋਖ ਇੱਥੇ ਗੁਰੂ ਮਹਾਰਾਜ ਨੇ ਵਰਤਿਆ ਵੀ ਗੁਰੂ ਇੱਕ ਰੁੱਖ ਹੈ ਔਰ ਉਸ ਨੂੰ ਸਤ ਸੰਤੋਖ ਆਦਿਕ ਦੈਵੀ ਗੁਣਾਂ ਦੇ ਪੱਤਰੇ ਲੱਗੇ ਹੋਏ ਹਨ ਅਤੇ ਇਹਦੇ ਨਾਲ ਹੀ ਧਰਮ ਫੁੱਲ, ਧਰਮ ਦਾ ਫੁੱਲ ਵੀ ਲੱਗਿਆ ਹੋਇਆ ਹੈ। ਤਾਇਸਾ ਪਰਮ ਭਜਿਓ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਉਹ ਆਚਾਰ ਤੇ ਵਿਚਾਰ ਜਿਹਦੇ ਨਾਲ ਆ ਵੀ ਸਾਡਾ ਲੋਕ ਸੁਖਮਈ ਬਣ ਜਾਵੇ ਤੇ ਪਰਲੋਕ ਵੀ ਕਲਿਆਣਕਾਰੀ ਹੋ ਜਾਵੇ, ਉਸ ਨੂੰ ਕਹਿੰਦੇ ਨੇ ਧਰਮ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਮੁਖ ਨਾਮ ਦਾਨ ਇਸ਼ਨਾਨ ਸਿੱਖ ਧਰਮ ਦੇ ਕੁਝ ਅਸੂਲ ਸਥਾਪਨ ਕੀਤੇ ਹਨ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਤੇ ਫਿਰ ਨਾਮ ਜਪਣਾ। ਤੀਸਰੇ ਨੰਬਰ ਤੇ ਦਾਨ ਕਰਨਾ, ਭਾਵ ਦਸਵੰਧ ਦੇਣਾ। ਇਹ ਸਿੱਖ ਧਰਮ ਦੇ 3 ਬੁਨਿਆਦੀ ਅਸੂਲ ਨੇ ਅਤੇ ਇਹਦੇ ਨਾਲ ਹੀ ਧਰਮ ਦੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਇਹ ਵੀ ਸਿੱਖ ਧਰਮ ਦੇ ਹੀ ਅਸੂਲ ਸਤਿਗੁਰੂ ਨੇ ਸਭ ਤੋਂ ਪਹਿਲਾਂ ਬਣਾਏ ਸਨ। ਹਜ਼ੂਰ ਕਹਿੰਦੇ ਨੇ ਧਰਮ ਫੁੱਲ। ਇਹ ਜਿਹੜੇ ਐਸੇ ਧਰਮ ਦੇ ਅਸੂਲ ਨੇ ਇਹ ਮਾਨੋ ਉਸ ਨੂੰ ਫੁੱਲ ਲੱਗੇ ਹੋਏ ਨੇ। ਤੇ ਫਲ ਕਿਹੜਾ ਹੈ? ਹਜ਼ੂਰ ਕਹਿੰਦੇ ਫਲ ਗਿਆਨ, ਜਿਹੜਾ ਦੈਵੀ ਗਿਆਨ ਹੈ, ਬ੍ਰਹਮ ਗਿਆਨ ਹੈ, ਇਹ ਮਾਨੋ ਉਸ ਨੂੰ ਫਲ ਲੱਗਿਆ ਹੋਇਆ। ਕਿਉਂਕਿ ਸਤਿਗੁਰੂ ਇੱਕ ਬਿਰਛ ਹਨ ਔਰ ਉਹਨਾਂ ਨੂੰ ਸਤ ਸੰਤੋਖ ਦੈਵੀ ਗੁਣਾਂ ਦੇ ਪੱਤਰੇ ਲੱਗੇ ਹੋਏ ਹਨ। ਤੇ ਜਿਹੜਾ ਧਰਮ ਹੈ ਇਹ ਮਾਨੋ ਸੁੰਦਰ ਫੁੱਲ ਲੱਗਿਆ ਹੋਇਆ ਹੈ ਤੇ ਜਿਹੜਾ ਗਿਆਨ ਹੈ ਦੈਵੀ ਗਿਆਨ ਇਹ ਮਾਨੋ ਉਸ ਨੂੰ ਸੁੰਦਰ ਫਲ ਲੱਗਿਆ ਹੋਇਆ ਹੈ। ਰਸ ਰਸਿਆ ਹਰਿਆ ਸਦਾ, ਪੱਕੈ ਕਰਮ ਧਿਆਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਇਹ ਜਿਹੜਾ ਫਲ ਹੈ ਰਸ ਰਸਿਆ, ਇਹ ਰਸ ਦੇ ਨਾਲ ਰਸਿਆ ਹੋਇਆ ਹੈ। ਭਾਵ ਇਹ ਫਲ ਇਹ ਨਹੀਂ, ਕਈ ਫਲਾਂ ਦੇ ਵਿੱਚ ਰਸ ਘੱਟ ਹੁੰਦਾ ਹੈ, ਪਰ ਹਜ਼ੂਰ ਕਹਿੰਦੇ ਇਹ ਜਿਹੜਾ ਦੈਵੀ ਗਿਆਨ ਦਾ ਫਲ ਹੈ ਇਹ ਉਸ ਨਾਮ ਦੇ, ਭਗਤੀ ਦੇ, ਪ੍ਰੇਮ ਰਸ ਦੇ ਨਾਲ ਰਸਿਆ ਹੋਇਆ ਹੈ ਤੇ ਹਮੇਸ਼ਾ ਲਈ ਹਰਾ ਭਰਾ ਹੀ ਰਹਿੰਦਾ ਹੈ। ਪੱਕਾ ਕਰਮ ਧਿਆਨ। ਹਜ਼ੂਰ ਕਹਿੰਦੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਜਦੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਧਿਆਨ ਜੋੜਦੇ ਹਾਂ ਇਹਦੇ ਨਾਲ ਉਹ ਬ੍ਰਹਮ ਗਿਆਨ ਦਾ ਫਲ ਪੱਕਦਾ ਹੈ। ਕਿਉਂਕਿ ਪਹਿਲਾਂ ਤੇ ਬਿਰਛ ਨੂੰ ਪੱਤਰੇ ਲੱਗਦੇ ਨੇ, ਫਿਰ ਫੁੱਲ ਲੱਗਦੇ ਹਨ ਤੇ ਫਿਰ ਫਲ ਲੱਗਦੇ ਨੇ। ਪਹਿਲਾਂ ਫਲ ਕੱਚਾ ਹੁੰਦਾ ਹੈ, ਫਿਰ ਹੌਲੀ ਹੌਲੀ ਉਹਦੇ ਵਿੱਚ ਰਸ ਭਰਦਾ ਹੈ ਤੇ ਫਿਰ ਉਹ ਅੱਗੇ ਜਾ ਕੇ ਪੱਕਦਾ ਹੈ ਤੇ ਜਦੋਂ ਪੱਕ ਜਾਂਦਾ ਹੈ ਤੇ ਫਿਰ ਉਹ ਖਾਣ ਦੇ ਲਈ ਤਿਆਰ ਹੁੰਦਾ ਹੈ। ਜੇ ਕੱਚਾ ਫਲ ਵੀ ਤੋੜ ਕੇ ਖਾ ਲਈਏ ਉਹਦੇ ਵਿੱਚ ਉਹ ਰਸ ਨਹੀਂ ਹੁੰਦਾ, ਉਹ ਸਵਾਦ ਨਹੀਂ ਆਉਂਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਇਹ ਜਿਹੜਾ ਦੈਵੀ ਗਿਆਨ ਦਾ ਫਲ ਹੈ ਇਹ ਵਾਹਿਗੁਰੂ ਦੇ ਨਾਮ ਦੇ, ਭਗਤੀ ਦੇ ਰਸ ਦੇ ਨਾਲ ਰਸਿਆ ਹੋਇਆ ਹੈ ਤੇ ਹਮੇਸ਼ਾ ਲਈ ਹਰਾ ਭਰਾ ਰਹਿੰਦਾ ਹੈ। ਪੱਕਾ ਕਰਮ ਧਿਆਨ। ਵਾਹਿਗੁਰੂ ਦੀ ਕਿਰਪਾ ਦੁਆਰਾ ਜਦੋਂ ਉਸ ਦੇ ਚਰਨਾਂ ਵਿੱਚ ਧਿਆਨ ਜੋੜੀਦਾ ਹੈ ਇਹਦੇ ਨਾਲ ਉਹ ਬ੍ਰਹਮ ਗਿਆਨ ਦਾ ਫਲ ਪੱਕਦਾ ਹੈ। ਪਤ ਕੇ ਸਾਧ ਖਾਦਾ ਲਹੈ, ਦਾਨਾ ਕੈ ਸਿਰ ਦਾਨ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਤ ਕੇ ਸਾਧ ਖਾਂਦਾ ਲਹੈ। ਪਤ ਦਾ ਅਰਥ ਹੈ ਪਤੀ ਮਾਲਕ ਵਾਹਿਗੁਰੂ। ਪਤ ਕੇ ਸਾਧ ਖਾਂਦਾ ਲਹੈ, ਉਸ ਪਤੀ ਪਰਮੇਸ਼ਰ ਦੇ ਨਾਲ ਮਿਲ ਕੇ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬ੍ਰਹਮ ਗਿਆਨ ਦੇ ਫਲ ਨੂੰ ਖਾਂਦਾ ਹੈ ਉਹੀ ਇਸ ਦੇ ਸਵਾਦ ਨੂੰ, ਲਹਿ ਦਾ ਅਰਥ ਪ੍ਰਾਪਤ ਕਰ ਸਕਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਕੇ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬ੍ਰਹਮ ਗਿਆਨ ਦੇ ਫਲ ਨੂੰ ਖਾਂਦਾ ਹੈ
ਉਹੀ ਇਸ ਦੇ ਸਵਾਦ ਨੂੰ ਲਹਿ ਦਾ ਅਰਥ ਪ੍ਰਾਪਤ ਕਰਦਾ ਹੈ। ਦਾਨਾ ਕੈ ਸਿਰ ਦਾਨ, ਸਾਰੇ ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਬ੍ਰਹਮ ਗਿਆਨ ਦਾ ਹੀ ਹੈ। ਦਾਨ ਤਾਂ ਦੁਨੀਆ ਵਿੱਚ ਹੋਰ ਵੀ ਬੜੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜਾ ਬ੍ਰਹਮ ਗਿਆਨ ਦਾ ਦਾਨ ਹੈ ਇਹ ਸਭ ਤੋਂ ਮਹਾਨ ਹੈ, ਔਰ ਇਹ ਗੁਰੂ ਦੀ ਕਿਰਪਾ ਦੁਆਰਾ ਹੀ ਸਾਨੂੰ ਪ੍ਰਾਪਤ ਹੋ ਸਕਦਾ ਹੈ। ਇਹਦਾ ਮਤਲਬ ਇਹ ਹੈ ਗੁਰੂ ਦੇ ਕੋਲੋਂ ਸਾਨੂੰ ਸਤ ਸੰਤੋਖ ਆਦਿਕ ਦੈਵੀ ਗੁਣ ਵੀ ਪ੍ਰਾਪਤ ਹੁੰਦੇ ਹਨ, ਗੁਰੂ ਦੇ ਕੋਲੋਂ ਧਰਮ ਦੀ ਵੀ ਪ੍ਰਾਪਤੀ ਹੁੰਦੀ ਹੈ, ਤੇ ਸਤਿਗੁਰੂ ਕੋਲੋਂ ਬ੍ਰਹਮ ਗਿਆਨ ਦਾ ਫਲ ਵੀ ਪ੍ਰਾਪਤ ਹੁੰਦਾ ਹੈ। ਔਰ ਉਹ ਜਿਹੜਾ ਬ੍ਰਹਮ ਗਿਆਨ ਦਾ ਫਲ ਹੈ ਉਹ ਵੀ ਨਾਮ ਭਗਤੀ ਦੇ ਰਸਤੇ ਨਾਲ ਭਰਿਆ ਹੋਇਆ ਸਾਨੂੰ ਹਾਸਲ ਹੁੰਦਾ ਹੈ। ਇੱਕ ਖੁਸ਼ ਗਿਆਨ ਵੀ ਹੈ ਜਿਹੜਾ ਵੇਦਾਂਤੀਆਂ ਦਾ ਗਿਆਨ ਹੈ, ਅਹੰ ਬ੍ਰਹਮ ਅਸਮੀ, ਮੈਂ ਬ੍ਰਹਮ ਹਾਂ, ਇਹ ਖੁਸ਼ ਗਿਆਨ ਹੈ। ਪਰ ਜਿਹੜਾ ਗੁਰਮਤਿ ਦਾ ਗਿਆਨ ਹੈ ਉਹ ਭਗਤੀ ਦੇ ਰਸਤੇ ਨਾਲ ਭਰਿਆ ਹੋਇਆ ਹੈ ਤੇ ਹਮੇਸ਼ਾ ਲਈ ਹਰਾ ਭਰਾ ਰਹਿੰਦਾ ਹੈ। ਪੱਕਾ ਕਰਮ ਧਿਆਨ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਜਦੋਂ ਉਹਦੇ ਚਰਨਾਂ ਵਿੱਚ ਧਿਆਨ ਜੋੜੀਏ ਫਿਰ ਉਹ ਫਲ ਹੋਰ ਪੱਕਦਾ ਹੈ ਤੇ ਪੱਕ ਕੇ ਹੋਰ ਸਵਾਦਿਸ਼ਟ ਬਣ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਪਤ ਕੇ ਸਾਥ ਖਾਂਦਾ ਲਹਿ। ਪਤ ਦਾ ਅਰਥ ਹੈ ਪਤੀ ਪਰਮੇਸ਼ਰ ਦੇ ਨਾਲ ਜੁੜ ਕੇ ਜਿਹੜਾ ਵੀ ਗੁਰਸਿੱਖ ਮਾਈ ਭਾਈ ਇਸ ਬ੍ਰਹਮ ਗਿਆਨ ਦੇ ਫਲ ਨੂੰ ਖਾਂਦਾ ਹੈ ਉਸਨੂੰ ਉਹਦੇ ਸਵਾਦ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਇਹੀ ਸਾਰੇ ਦਾਨਾਂ ਵਿੱਚੋਂ ਸ਼੍ਰੋਮਣੀ ਦਾਨ ਹੈ ਜੋ ਸਤਿਗੁਰੂ ਦੇ ਪਾਸੋਂ ਸਾਨੂੰ ਹਾਸਲ ਹੁੰਦਾ ਹੈ। ਮਹੱਲਾ ਪਹਿਲਾ। ਸੋਇਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਾਵੇ ਹਰ ਲਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਇੱਕ ਹੋਰ ਬੜੇ ਸੋਹਣੇ ਤਰੀਕੇ ਦੇ ਨਾਲ ਸੋਹਣੇ ਅਲੰਕਾਰ ਦੇ ਅੰਦਰ ਗੁਰੂ ਦੀ ਹੀ ਮਹਿਮਾ ਗੁਰੂ ਦੀ ਹੀ ਵਡਿਆਈ ਕਰਦੇ ਹਨ। ਬਈ ਸੋਇਨੇ ਕਾ ਬਿਰਖ, ਗੁਰੂ ਤਾਂ ਸੋਨੇ ਦਾ ਇੱਕ ਬਿਰਸ਼ ਹੈ। ਆਮ ਤੌਰ ਤੇ ਸੋਨੇ ਦਾ ਬਿਰਸ਼ ਹੁੰਦਾ ਨਹੀਂ, ਪਰ ਸਤਿਗੁਰੂ ਨੂੰ ਸੋਨੇ ਦਾ ਬਿਰਸ਼ ਦੱਸਦੇ ਨੇ। ਜਿਵੇਂ ਸੋਨਾ ਬੜਾ ਸ਼ੁੱਧ ਹੁੰਦਾ ਹੈ ਤੇ ਬੜਾ ਅਮੋਲਕ ਹੁੰਦਾ ਹੈ, ਇਸੇ ਤਰ੍ਹਾਂ ਗੁਰੂ ਦਾ ਵੀ ਸਰੀਰ ਸੋਨੇ ਵਰਗੂ ਸ਼ੁੱਧ ਤੇ ਬੜਾ ਹੀ ਅਮੋਲਕ ਬੇਸ਼ਕੀਮਤ ਵਾਲਾ ਹੈ। ਇਸੇ ਲਈ ਸਤਿਗੁਰੂ ਸੋਨੇ ਦਾ ਬਿਰਸ਼ ਹੈ ਤੇ ਪਤ ਪਰਵਾਲਾ, ਤੇ ਉਸ ਨੂੰ ਪਰਵਾਲ ਮੂੰਗਿਆਂ ਦੇ ਪੱਤਰੇ ਲੱਗੇ ਹੋਏ ਨੇ। ਪਰਵਾਲ ਇੱਕ ਕਿਸਮ ਦਾ ਇਹ ਵੀ ਬਹੁਤ ਹੀ ਕੀਮਤੀ ਪਦਾਰਥ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਪਰਵਾਲ ਦੇ ਮਾਨੋ ਉਸ ਨੂੰ ਪੱਤਰੇ ਲੱਗੇ ਹੋਏ ਨੇ, ਉਸ ਨੂੰ ਮੂੰਗਾ ਵੀ ਕਹਿੰਦੇ ਨੇ। ਫੁੱਲ ਜਵੇਹਰ ਲਾਲ, ਤੇ ਉਸ ਨੂੰ ਜਿਹੜੇ ਫੁੱਲ ਨੇ ਉਹ ਜਵੇਹਰ ਤੇ ਲਾਲਾਂ ਦੇ ਲੱਗੇ ਹੋਏ ਨੇ। ਆ ਜਿਹੜੇ ਜਵਾਹਰਾਤ ਨੇ ਤੇ ਲਾਲ ਨੇ ਇਹ ਮਾਨੋ ਉਸ ਨੂੰ ਫੁੱਲ ਲੱਗੇ ਹੋਏ ਨੇ। ਸਤਿਗੁਰੂ ਸੋਨੇ ਦਾ ਬਿਰਸ਼ ਹੈ, ਉਸ ਨੂੰ ਮੂੰਗਿਆਂ ਦੇ ਪੱਤਰੇ ਲੱਗੇ ਹੋਏ ਨੇ ਤੇ ਜਵਾਹਰ ਤੇ ਲਾਲਾਂ ਦੇ ਉਸ ਨੂੰ ਸੁੰਦਰ ਫੁੱਲ ਲੱਗੇ ਹੋਏ ਹਨ। ਤਿਤ ਫਲ ਰਤਨ ਲਗਹਿ ਮੁਖ ਭਾਖਿਤ, ਹਿਰਦੈ ਹਿਰਦੈ ਨਿਹਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਤਿਤ ਫਲ ਰਤਨ ਲਗਹਿ ਮੁਖ ਭਾਖਿਤ। ਹਜ਼ੂਰ ਕਹਿੰਦੇ ਨੇ ਉਸ ਗੁਰੂ ਰੂਪੀ ਸੋਨੇ ਦੇ ਬਿਰਸ਼ ਨੂੰ ਫਲ ਵੀ ਬੜੇ ਸੁੰਦਰ ਲੱਗੇ ਹੋਏ ਨੇ। ਉਹ ਫਲ ਕਿਹੜੇ ਨੇ? ਉਹ ਫਲ ਹੈ ਰਤਨਾਂ ਦੇ। ਤਿਤ ਫਲ ਰਤਨ ਲਗਹਿ ਮੁਖ ਭਾਖਿਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਰਤਨਾਂ ਦੇ ਸੁੰਦਰ ਫਲ ਲੱਗੇ ਹੋਏ ਨੇ। ਮੁਖ ਭਾਖਿਤ, ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਰੂਪ ਬਚਨ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ ਤੇ ਮਾਨੋ ਇਹੀ ਰਤਨ ਉਸ ਬਿਰਸ਼ ਨੂੰ ਲੱਗੇ ਹੋਏ ਹਨ, ਕਿਉਂਕਿ ਗੁਰੂ ਕੇ ਸ਼ਬਦ ਰਤਨਾ ਵਾਂਗੂ ਅਮੋਲਕ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਬਾਣੀ ਦੇ ਵਿੱਚ ਲਿਖਿਆ ਹੈ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸੁਆਓ। ਗੁਰੂ ਕਾ ਸ਼ਬਦ ਰਤਨ ਹੈ, ਜੋ ਗੁਰੂ ਦੇ ਮੂੰਹੋਂ ਬਚਨ ਨਿਕਲਦੇ ਨੇ ਇਹ ਮਾਨੋ ਕੀਮਤੀ ਰਤਨ ਨੇ। ਉਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ। ਹਜ਼ੂਰ ਕਹਿੰਦੇ ਨੇ ਗੁਰੂ ਨੂੰ ਇਹ ਰਤਨਾਂ ਦੇ ਸੁੰਦਰ ਫਲ ਲੱਗੇ ਹੋਏ ਨੇ
ਜੋ ਸਤਿਗੁਰੂ ਮੁਖੋਂ ਬਚਨ ਬੋਲਦੇ ਨੇ, ਇੱਕ ਇੱਕ ਬਚਨ ਰਤਨਾ ਵਾਂਗੂ ਬੜਾ ਹੀ ਅਮੋਲਕ ਹੈ। ਹਿਰਦੈ ਹਿਰਦੈ ਨਿਹਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਜਿਹੜਾ ਗੁਰੂ ਹੈ ਉਹ ਆਪਣੇ ਹਿਰਦੇ ਅੰਦਰ, ਆਪਣੇ ਦਿਲੋਂ ਹਮੇਸ਼ਾ ਲਈ ਨਿਹਾਲ ਹੋਇਆ ਰਹਿੰਦਾ ਹੈ। ਭਾਵ ਗੁਰੂ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਭਰਿਆ ਰਹਿੰਦਾ ਹੈ। ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਐਸਾ ਗੁਰੂ ਕਿਸ ਨੂੰ ਮਿਲਦਾ ਹੈ ਜਿਹੜਾ ਸੋਨੇ ਦਾ ਬਿਰਸ਼ ਹੈ, ਜਿਸ ਨੂੰ ਮੂੰਗਿਆਂ ਦੇ ਪੱਤਰੇ ਲੱਗੇ ਹੋਏ ਨੇ, ਜਵਾਹਰਾਤ ਤੇ ਲਾਲਾਂ ਦੇ ਫੁੱਲ ਲੱਗੇ ਹੋਏ ਨੇ, ਤੇ ਜਿਸ ਨੂੰ ਰਤਨਾਂ ਦੇ ਫਲ ਵੀ ਲੱਗੇ ਹੋਏ ਨੇ। ਹਜ਼ੂਰ ਕਹਿੰਦੇ ਨੇ, ਨਾਨਕ ਕਰਮ ਹੋਵੇ ਮੁਖ ਮਸਤਕ, ਜਿਨ੍ਹਾਂ ਦੇ ਮੁਖ ਮਸਤਕ ਤੇ ਕਰਮ ਹੋਵੇ, ਚੰਗਾ ਭਾਗ ਲਿਖਿਆ ਹੋਵੇ, ਚੰਗਾ ਭਾਗ ਵਾਹਿਗੁਰੂ ਦਾ ਲਿਖਿਆ ਹੋਵੇ, ਲਿਖਿਆ ਹੋਵੇ ਲੇਖ। ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ। ਇੱਥੇ ਕਰਮ ਦਾ ਅਰਥ ਕਿਰਪਾ ਕਰਨਾ ਪਏਗਾ ਤੇ ਲੇਖ ਦਾ ਜ਼ਿਕਰ ਅੱਗੇ ਆ ਗਿਆ। ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ। ਹਜ਼ੂਰ ਕਹਿੰਦੇ, ਜਿਸ ਉੱਤੇ ਮੇਰੇ ਮਾਲਕ ਦੀ ਕਰਮ ਹੋਵੇ, ਕਿਰਪਾ ਹੁੰਦੀ ਹੈ, ਫਿਰ ਉਹਦੇ ਮੁਖ ਮਸਤਕ ਤੇ ਵਾਹਿਗੁਰੂ ਚੰਗਾ ਲੇਖ ਲਿਖ ਦਿੰਦਾ। ਜਿਹਦੇ ਮੱਥੇ ਤੇ ਚੰਗਾ ਲੇਖ ਲਿਖਿਆ ਹੁੰਦਾ ਹੈ ਤੇ ਉਸ ਨੂੰ ਐਸੇ ਗੁਰੂ ਰੂਪੀ ਬਿਰਸ਼ ਦੇ ਦਰਸ਼ਨ ਦੀਦਾਰ ਹੁੰਦੇ ਹਨ। 68 ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਚਰਨਾਂ ਦੇ ਵਿੱਚ 68 ਤੀਰਥ ਵਸਦੇ ਨੇ। ਆ ਜਿਹੜੇ 68 ਤੀਰਥ ਨੇ, ਜਿਨ੍ਹਾਂ ਤੇ ਲੋਕੀ ਜਾ ਕੇ ਇਸ਼ਨਾਨ ਕਰਦੇ ਨੇ ਤੇ ਪਾਪਾਂ ਨੂੰ ਲਾਉਣ ਦਾ ਯਤਨ ਕਰਦੇ ਹਨ, ਇਹ 68 ਤੀਰਥ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵਸਦੇ ਨੇ। ਪੂਜੈ ਸਦਾ ਵਸੇਖ, ਜਿਨ੍ਹਾਂ ਦੇ ਚੰਗੇ ਭਾਗ ਲਿਖੇ ਹੁੰਦੇ ਨੇ, ਜਿਨ੍ਹਾਂ ਤੇ ਮੇਰੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਪੂਜੈ ਸਦਾ ਵਸੇਖ, ਉਹ ਇਹਨਾਂ 68 ਤੀਰਥਾਂ ਦੇ ਨਾਲੋਂ ਵੀ ਵਿਸ਼ੇਖ ਦਾ ਅਰਥ ਹੈ, ਜਿਹੜੇ ਵੱਡੀ ਮਹਿਮਾ ਦੇ ਮਾਲਕ ਨੇ, ਵੱਡੀ ਸ਼ਕਤੀ ਦੇ ਮਾਲਕ ਨੇ, ਉਹ ਸਤਿਗੁਰੂ ਦੇ ਚਰਨਾਂ ਦੀ ਪੂਜਾ ਕਰਦੇ ਨੇ। ਇਹਦਾ ਮਤਲਬ ਇਹ ਹੈ, ਸਤਿਗੁਰੂ ਦੇ ਚਰਨ 68 ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਨੇ, ਵਿਸ਼ੇਸ਼ ਹਨ। ਤੇ ਜਿਹੜੇ ਗੁਰੂ ਦੇ ਪਿਆਰੇ ਨੇ, ਗੁਰੂ ਮਹਾਰਾਜ ਦੇ ਚਰਨਾਂ ਦੀ ਪੂਜਾ ਕਰਦੇ ਨੇ, ਕਿਉਂ? ਉਹ 68 ਤੀਰਥਾਂ ਦੇ ਨਾਲੋਂ ਉਹਨਾਂ ਨੂੰ ਵੱਡਾ ਜਾਣਦੇ ਹਨ। ਹੰਸ ਹੇਤ ਲੋਭ ਕੋਪ, ਚਾਰੇ ਨਦੀਆ ਅਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਇੱਕ ਪਾਸੇ ਹੰਸ ਦਾ ਅਰਥ ਹੰਕਾਰ ਹੈ, ਦਾ ਹੰਸ ਦਾ ਅਰਥ ਹੰਕਾਰ ਵੀ ਹੈ, ਤੇ ਦੂਸਰਾ ਹੰਸ ਦਾ ਅਰਥ ਕਈ ਵਿਦਵਾਨਾਂ ਨੇ ਹਿੰਸਾ ਵੀ ਕੀਤਾ ਹੈ। ਹਿੰਸਾ ਕਰਨੀ, ਜੀਵ ਘਾਤ ਕਰਨਾ, ਇਹਨੂੰ ਹਿੰਸਾ ਕਹਿੰਦੇ ਨੇ। ਹੰਸ ਹੰਕਾਰ, ਹੇਤ ਮੋਹ, ਲੋਭ ਤੇ ਕ੍ਰੋਧ, ਚਾਰੇ ਨਦੀਆਂ ਅਗ। ਇਹ ਭਾਈ 4 ਅੱਗ ਦੀਆਂ ਨਦੀਆਂ ਸੰਸਾਰ ਦੇ ਵਿੱਚ ਵਗ ਰਹੀਆਂ ਨੇ। ਭਾਵ ਸਾਰਾ ਸੰਸਾਰ ਇਹਨਾਂ 4 ਨਦੀਆਂ ਦੇ ਵਿੱਚ, ਜੋ ਅੱਗ ਦੀਆਂ ਨਦੀਆਂ ਨੇ, ਇਹਨਾਂ ਦੇ ਵਿੱਚ ਪਿਆ ਸੜ ਰਿਹਾ ਹੈ। ਕਿਉਂਕਿ ਜਦੋਂ ਆਪਾਂ ਸਤਿਗੁਰੂ ਦੀ ਪਵਿੱਤਰ ਬਾਣੀ ਪੜ੍ਹਦੇ ਹਾਂ ਤਾਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਬਚਨ ਲਿਖੇ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲਹਿ ਉਬਾਰ। ਬਾਬਾ ਫਰੀਦ ਜੀ ਨੇ ਵੀ ਇੱਕ ਸੰਕੇਤ ਦਿੱਤਾ ਹੈ, ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸੁਭਾਇਆ ਜਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਵੀ ਉਹ ਘਰਾਂ ਘਰਾਂ ਦੇ ਵਿੱਚ ਅੱਗ ਬਲ ਰਹੀ ਹੈ। ਤੇ ਭਗਤ ਕਬੀਰ ਜੀ ਨੇ ਵੀ ਉਸ ਦਾ ਸੰਕੇਤ ਦਿੱਤਾ, ਗੁੱਜੀ ਪਾਹੇ ਜਲਾ ਸੰਸਾਰਾ। ਉਹ ਗੁੱਜੀ ਅੱਗ ਹੈ, ਗੁਪਤ ਅੱਗ ਹੈ। ਉਹ ਕਿਹੜੀ ਗੁਪਤ ਅੱਗ ਹੈ, ਗੁਰੂ ਮਹਾਰਾਜ ਨੇ ਇੱਥੇ ਸਪਸ਼ਟ ਕਰ ਦਿੱਤਾ। ਆ ਜੋ ਵਿਕਾਰ ਨੇ, ਹੰਕਾਰ ਹੈ, ਮੋਹ ਹੈ, ਲੋਭ ਹੈ, ਕ੍ਰੋਧ ਹੈ, ਇਹ ਮਾਨੋ 4 ਅੱਗ ਦੀਆਂ ਨਦੀਆਂ ਨੇ ਜੋ ਸਾਡੇ ਅੰਦਰ ਵਗ ਰਹੀਆਂ ਨੇ, ਪਰ ਸਾਨੂੰ ਦਿਸਦੀਆਂ ਨਹੀਂ, ਤੇ ਸਾਰੇ ਸੰਸਾਰ ਨੂੰ ਇਹਨਾਂ ਨੇ ਦਗਧ ਕੀਤਾ ਹੋਇਆ। ਇਸੇ ਲਈ ਜਿਹੜੇ ਗੁਰਸਿੱਖ ਮਾਈ ਭਾਈ ਨੇ,
ਇਹ 4 ਅੱਗ ਦੀਆਂ ਨਦੀਆਂ ਤੋਂ ਬਚਣ ਦੇ ਲਈ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਤੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਂਦਾ ਉਹਨੂੰ ਉੱਥੇ ਜਾ ਕੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਪਵਹਿ ਦਝੈ ਨਾਨਕਾ ਤਰੀਐ ਕਰਮੀ ਲਗ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਵਹਿ ਦਝੈ ਨਾਨਕਾ, ਜਿਹੜਾ ਇਹਨਾਂ 4 ਅੱਗ ਦੀਆਂ ਨਦੀਆਂ ਵਿੱਚ ਡਿੱਗ ਪਿਆ, ਪ੍ਰਵੇਸ਼ ਹੋ ਗਿਆ, ਦਝਾ ਹੈ ਉਹ ਤੇ ਸਮਝ ਲਓ ਸੜ ਜਾਂਦਾ ਹੈ, ਕਿਉਂਕਿ ਅੱਗ ਦੀਆਂ ਨਦੀਆਂ ਨੇ। ਜਿਹੜਾ ਵੀ ਇਹਨਾਂ ਵਿੱਚ ਪ੍ਰਵੇਸ਼ ਹੋ ਗਿਆ ਉਹ ਸਮਝ ਲਓ ਸੜ ਗਿਆ। ਫਿਰ ਮਹਾਰਾਜ ਇਸ ਤੋਂ ਕੋਈ ਬਚਣ ਦਾ ਤਰੀਕਾ ਵੀ ਹੈ। ਤਰੀਏ ਕਰਮੀ ਲਗ, ਹਜ਼ੂਰ ਕਹਿੰਦੇ ਜਦੋਂ ਵਾਹਿਗੁਰੂ ਦੀ ਕਰਮੀ ਬਖਸ਼ਿਸ਼ ਦੁਆਰਾ ਗੁਰੂ ਦੇ ਚਰਨੀ ਲੱਗ ਜਾਂਦੇ ਹਾਂ ਤੇ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੈ। ਵੀ ਗੁਰੂ ਭਾਈ ਵਗਦੇ ਤੀਰਥ ਨੇ, ਗੁਰੂ ਦਰਿਆ ਨੇ, ਤੇ ਜਦੋਂ ਆਪਾਂ ਗੁਰੂ ਦੇ ਚਰਨੀ ਲੱਗ ਜਾਂਦੇ ਹਾਂ ਤੇ ਫਿਰ ਜਾ ਕੇ ਕਿਧਰੇ ਸ਼ਾਂਤੀ ਸਾਨੂੰ ਪ੍ਰਾਪਤ ਹੋ ਸਕਦੀ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬੜੇ ਸੁੰਦਰ ਬਚਨ ਉਚਾਰਨ ਕੀਤੇ ਹਨ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰਨਾ। ਚੰਦਨ ਨੂੰ ਠੰਡਾ ਮੰਨਿਆ, ਪਰ ਜਿਹੜਾ ਚੰਦਨ ਹੈ ਉਹ ਸਾਡੀ ਅੰਦਰਲੀ ਅੱਗ ਨੂੰ ਉਹ ਵੀ ਨਹੀਂ ਬੁਝਾ ਸਕਦਾ। ਤ੍ਰਿਸ਼ਨਾ ਦੀ ਅੱਗ ਨੂੰ, ਵਿਕਾਰਾਂ ਦੀ ਅੱਗ ਨੂੰ, ਵਿਸ਼ੇ ਵਾਸ਼ਨਾ ਦੀ ਅੱਗ ਨੂੰ ਚੰਦਨ ਵੀ ਨਹੀਂ ਬੁਝਾ ਸਕਦਾ। ਤੇ ਚੰਦਰਮਾ ਵੀ ਠੰਡਾ ਮੰਨਿਆ, ਤੇ ਚੰਦਰਮਾ ਚਾਹੇ ਕਿੰਨਾ ਵੀ ਸੀਤਲ ਹੈ ਪਰ ਉਹ ਵੀ ਵਿਛੋੜੇ ਦੀ ਅੱਗ ਨੂੰ ਉਹ ਵੀ ਨਹੀਂ ਬੁਝਾ ਸਕਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਚੰਦਨ ਚੰਦ ਨਾ ਸਰਦ ਰੁੱਤ। ਤੇ ਜਿਹੜੀ ਠੰਡ ਦੀ ਰੁੱਤ ਹੈ, ਜਿਵੇਂ ਹੁਣ ਠੰਡ ਦੀ ਰੁੱਤ ਸ਼ੁਰੂ ਹੋ ਚੁੱਕੀ ਹੈ, ਇਹ ਸਾਡੇ ਸਰੀਰ ਨੂੰ ਤੇ ਭਾਵੇਂ ਠੀਕ ਹੈ ਠੰਡਾ ਕਰ ਸਕਦੀ ਹੈ। ਕੋਈ ਚੀਜ਼ ਬਾਹਰ ਪਈ ਹੋਵੇ ਔਰ ਉਹ ਵੀ ਠੰਡੀ ਹੋ ਸਕਦੀ ਹੈ, ਪਾਣੀ ਬਾਹਰ ਜੰਮ ਸਕਦਾ ਹੈ, ਪਰ ਹਜ਼ੂਰ ਕਹਿੰਦੇ ਸਾਡੀ ਅੰਦਰਲੀ ਗਰਮੀ ਨੂੰ ਇਹ ਸਰਦ ਰੁੱਤ ਵੀ ਨਹੀਂ ਸ਼ਾਂਤ ਕਰ ਸਕਦੀ। ਸਤਿਗੁਰੂ ਫਰਮਾਉਂਦੇ ਨੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟੇ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਅਸਲੀ ਤਾਂ ਠੰਡ ਉਦੋਂ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਮਨੁੱਖ ਵਾਹਿਗੁਰੂ ਦਾ ਨਾਮ ਜਪੇ। ਆਤਸ਼ ਦੁਨੀਆ ਖੁਨਕ ਨਾਮ ਖੁਦਾਇਆ। ਦੁਨੀਆ ਤੇ ਅੱਗ ਵਿੱਚ ਸੜ ਰਹੀ ਹੈ ਤੇ ਵਾਹਿਗੁਰੂ ਦਾ ਨਾਮ ਹੀ ਖੁਨਕ ਦਾ ਅਰਥ ਹੈ ਠੰਡਾ ਜਲ ਹੈ, ਇੱਕ ਫਾਇਰ ਬ੍ਰਿਗੇਡ ਹੈ ਜਿਹਦੇ ਨਾਲ ਅੱਗ ਤੇ ਕਾਬੂ ਪਾਇਆ ਜਾ ਸਕਦਾ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੀ ਕਰਮੀ ਦਾ ਅਰਥ ਹੈ ਕਿਰਪਾ ਦੁਆਰਾ ਗੁਰੂ ਦੇ ਚਰਨੀ ਲਾ ਕੇ ਹੀ ਇਸ ਅੱਗ ਦੀਆਂ ਨਦੀਆਂ ਦੇ ਸੇਕ ਤੋਂ ਬਚਿਆ ਜਾ ਸਕਦਾ ਹੈ, ਨਹੀਂ ਤੇ ਵਰਨਾ ਸਾਰਾ ਸੰਸਾਰ ਹੀ ਸੜ ਰਿਹਾ ਹੈ। ਪੌੜੀ ਜੀਵਨ ਦਿਆਂ ਮਰ ਮਾਰ ਨਾ ਪਛੋਤਾਈਐ। ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਗੁਰਮੁਖੋ ਜੀਵਨ ਦਿਆਂ ਮਰ ਮਾਰ ਨਾ ਪਛੋਤਾਈਐ। ਜਿਉਂਦੇ ਜੀ ਹੀ, ਜੀਵਨ ਦਾ ਅਰਥ ਹੈ ਜਿਉਂਦੇ ਜੀ ਹੀ। ਬਈ ਤੁਸੀਂ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ ਇਹਨਾਂ ਨੂੰ ਮਾਰ ਕੇ ਮਰ ਜਾਓ, ਨਾ ਪਛੋਤਾਈਐ। ਫਿਰ ਤੁਹਾਨੂੰ ਪਿੱਛੋਂ ਪਛਤਾਪ ਨਹੀਂ ਕਰਨਾ ਪਵੇਗਾ, ਪਿੱਛੋਂ ਪਛਤਾਵਾ ਨਹੀਂ ਕਰਨਾ ਪਵੇਗਾ। ਕਿਉਂਕਿ ਜਿਹੜਾ ਮਨੁੱਖ ਜਿਉਂਦੇ ਜੀ ਇਹਨਾਂ ਵਿਕਾਰਾਂ ਨੂੰ ਮਾਰ ਕੇ ਜੀਵਤ ਭਾਵ ਤੋਂ ਮਰ ਜਾਂਦਾ ਹੈ। ਜੀਵਤ ਭਾਵ ਤੋਂ ਮਰਨ ਦੀ ਗੱਲ ਇਹ ਹੈ, ਜਿਹੜਾ ਜਿਉਂਦੇ ਜੀ ਸ਼ਬਦ ਦੀ ਕਮਾਈ ਕਰਕੇ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਕੇ, ਇਹਨਾਂ ਵਿਕਾਰਾਂ ਨੂੰ ਮਾਰ ਕੇ ਸਰੀਰ ਦੇ ਮੋਹ ਨੂੰ, ਦੇਹ ਅਧਿਆਸ ਨੂੰ ਛੱਡ ਦਿੰਦਾ ਹੈ, ਇਹੀ ਜਿਉਂਦੇ ਜੀ ਮਰਨ ਦੀ ਗੱਲ ਹੈ। ਹਜ਼ੂਰ ਕਹਿੰਦੇ ਨੇ ਜੀਵਦਿਆਂ ਮਰ ਮਾਰ। ਭਾਈ ਜਿਉਂਦੇ ਜੀ ਤੁਸੀਂ ਇਹਨਾਂ ਵਿਕਾਰਾਂ ਨੂੰ ਮਾਰ ਕੇ ਜੀਵਤ ਭਾਵ ਤੋਂ ਮਰ ਜਾਓ, ਨਾ ਪਛੋਤਾਈਐ। ਫਿਰ ਤੁਹਾਨੂੰ ਕੋਈ ਬਾਅਦ ਵਿੱਚ ਪਛਤਾਵਾ ਨਹੀਂ ਕਰਨਾ ਪਵੇਗਾ। ਝੂਠਾ ਇਹੋ ਸੰਸਾਰ ਕਿਨ ਸਮਝਾਈਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜਾ ਸੰਸਾਰ ਸਾਰਾ ਹੀ ਝੂਠਾ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ,
ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਹਜ਼ੂਰ ਨੇ ਅੱਗੇ ਚੱਲ ਕੇ ਲਿਖਿਆ ਹੈ, ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਕਿਹਦੇ ਨਾਲ ਦੋਸਤੀ ਕਰੀਏ, ਕਿਹਦੇ ਨਾਲ ਮਿੱਤਰਤਾ ਪਾਈਏ, ਸਾਰਾ ਸੰਸਾਰ ਹੀ ਤੇ ਨਾਸ ਹੋ ਜਾਣ ਵਾਲਾ ਹੈ। ਹਜ਼ੂਰ ਕਹਿੰਦੇ ਨੇ ਇਹ ਸੰਸਾਰ ਸਾਰਾ ਹੀ ਝੂਠਾ ਹੈ, ਕਿਨ ਸਮਝਾਈਏ। ਦੱਸੋ ਵੀ ਕਿਵੇਂ ਇਸ ਨੂੰ ਸਮਝਾਈਏ। ਇਹ ਜਿਹੜਾ ਝੂਠਾ ਸੰਸਾਰ ਹੈ, ਜੇ ਇਹਨੂੰ ਕੋਈ ਚੰਗੀ ਸਿੱਖਿਆ ਦੇਈਏ ਸਮਝਣ ਨੂੰ ਤਿਆਰ ਨਹੀਂ। ਬਹੁਤ ਸਾਰੇ ਇਹੋ ਜਿਹੇ ਵੀ ਦੁਨੀਆ ਦੇ ਲੋਕ ਨੇ, ਜੇ ਉਹਨਾਂ ਨੂੰ ਕੋਈ ਗੁਰਮਤਿ ਦੀ ਗੱਲ ਦਸੀਏ ਔਰ ਉਹਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਹਜ਼ੂਰ ਕਹਿੰਦੇ ਸੰਸਾਰ ਤੇ ਝੂਠਾ ਹੈ, ਕਿਉਂਕਿ ਝੂਠ ਨਾਲ ਇਸ ਦਾ ਮੋਹ ਪਿਆਰ ਹੈ। ਝੂਠੇ ਜਿਹੜੇ ਰੰਗ ਰੂਪ ਨੇ, ਝੂਠੇ ਦੁਨੀਆ ਦੇ ਪਦਾਰਥ ਨੇ, ਉਹਨਾਂ ਦੇ ਵਿੱਚ ਖਚਿਤ ਹੋਇਆ ਹੋਇਆ। ਜੇ ਇਹਨੂੰ ਕਹੀਏ ਵੀ ਇਹ ਤੇ ਸਾਰੇ ਨਾਸਵੰਤ ਨੇ, ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ। ਇਸੇ ਲਈ ਗੁਰੂ ਮਹਾਰਾਜ ਕਹਿੰਦੇ ਸੰਸਾਰ ਬਈ ਝੂਠਾ ਹੈ, ਇਹਨੂੰ ਕਿਵੇਂ ਸਮਝਾਇਆ ਜਾਵੇ, ਇਹ ਸਮਝ ਹੀ ਨਹੀਂ ਸਕਦਾ। ਸਚ ਨਾ ਧਰੇ ਪਿਆਰ, ਧੰਦੇ ਧਾਈਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਲੋ ਇਹ ਜਿਹੜਾ ਸੰਸਾਰ ਹੈ, ਇਹ ਸੱਚ ਦੇ ਨਾਲ ਪਿਆਰ ਨਹੀਂ ਧਾਰਨ ਕਰਦਾ। ਸੱਚਾ ਵਾਹਿਗੁਰੂ ਆਪ ਹੈ ਤੇ ਸੱਚਾ ਉਸ ਦਾ ਨਾਮ ਹੈ। ਇਹ ਸੰਸਾਰ ਨਾ ਤੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਦਾ ਹੈ, ਨਾ ਉਹ ਸੱਚੇ ਮਾਲਕ ਵਾਹਿਗੁਰੂ ਨਾਲ ਪਿਆਰ ਕਰਦਾ ਹੈ। ਫਿਰ ਕਰਦਾ ਕੀ ਹੈ? ਧੰਦਾ ਧਾਈ ਹੈ, ਧੰਦੇ ਦੇ ਪਿੱਛੇ ਦੌੜਿਆ ਫਿਰਦਾ। ਤੁਸੀਂ ਕਿਸੇ ਨੂੰ ਵੀ ਦੇਖ ਲਓ, ਕੰਮਾਂ ਕਾਰਾਂ ਦੇ ਵਿੱਚ, ਮਾਇਆ ਦੇ ਜੰਜਾਲਾਂ ਦੇ ਵਿੱਚ ਸਾਰੀ ਦੁਨੀਆ ਭੱਜੀ ਫਿਰਦੀ ਹੈ। ਤੇ ਜੇ ਤੁਸੀਂ ਆਖੋ ਵੀ ਤੁਸੀਂ ਰੱਬ ਦਾ ਨਾਮ ਲੈ ਲਿਆ ਕਰੋ, ਕਹਿੰਦੇ ਸਾਡੇ ਕੋਲ ਵਕਤ ਹੀ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਨੇ ਸੱਚ ਨਾ ਧਰੇ ਪਿਆਰ। ਇਹ ਜਿਹੜਾ ਝੂਠਾ ਸੰਸਾਰ ਹੈ, ਵੀ ਇਹ ਸੱਚ ਦੇ ਨਾਲ ਤੇ ਪਿਆਰ ਰੱਖਦਾ ਹੀ ਨਹੀਂ, ਤੇ ਹਮੇਸ਼ਾ ਲਈ ਧੰਦਿਆਂ ਦੇ ਪਿੱਛੇ ਦੌੜਿਆ ਫਿਰਦਾ ਹੈ। ਕਾਲ ਬੁਰਾ ਖੈ ਕਾਲ, ਸਿਰ ਦੁਨੀਆਈ ਐ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਾਲ ਬੁਰਾ ਖੈ ਕਾਲ। ਬਈ ਇਹ ਜਿਹੜਾ ਕਾਲ ਹੈ ਨਾ, ਇਹ ਬਹੁਤ ਭੈੜਾ ਹੈ। ਕਾਲ ਬਹੁਤ ਬੁਰਾ ਹੈ। ਖੈ ਕਾਲ ਹਜ਼ੂਰ ਕਹਿੰਦੇ ਭਾਈ ਇਹ ਜਿਹੜਾ ਕਾਲ ਬੁਰਾ ਇਸ ਲਈ ਹੈ, ਇਹ ਖੈ ਦਾ ਅਰਥ ਹੈ ਨਾਸ ਕਰਨ ਵਾਲਾ ਹੈ। ਜਿਹੜਾ ਸਾਡਾ ਜੀਵਨ ਕਾਲ ਹੈ, ਉਸ ਨੂੰ ਇਹ ਨਾਸ ਕਰਨ ਵਾਲਾ ਹੈ। ਜਦੋਂ ਮੌਤ ਆਉਂਦੀ ਹੈ, ਉਸ ਵੇਲੇ ਸਭ ਕੁਝ ਨਾਸ ਕਰ ਦਿੰਦੀ ਹੈ। ਸਿਰ ਦੁਨੀਆਈ ਹੈ। ਹਜ਼ੂਰ ਕਹਿੰਦੇ ਸਾਰੀ ਦੁਨੀਆ ਦੇ ਸਿਰ ਉੱਤੇ ਉਹ ਕਾਲ ਖੜਾ ਹੈ, ਕੋਈ ਵੀ ਉਸ ਕਾਲ ਤੋਂ ਬਚ ਨਹੀਂ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਨੇ ਇਸ ਦੁਨੀਆ ਨੂੰ ਪਤਾ ਹੀ ਨਹੀਂ ਵੀ ਉਹ ਕਾਲ ਸਾਡੇ ਸਿਰ ਤੇ ਖੜਾ ਹੈ।